ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਦੀਸ਼ ਸਿੰਘ ਤੇ ਮੈਂ ਗੁਰਜੀਤ ਸਿੰਘ ਲੈ ਕੇ ਅੱਜ ਦਾ ਸ਼ੋਅ ਟਾਕਿੰਗ ਸਰਦਾਰ। ਤੇ ਜਗਦੀਸ਼ ਸਿੰਘ ਜੀ, ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਕੀ ਖਾਸ ਕਰ ਰਹੇ ਹਾਂ? ਅੱਜ ਦਾ ਐਪੀਸੋਡ ਗੁਰਜੀਤ ਸਿੰਘ ਜੀ ਬਹੁਤ ਸਪੈਸ਼ਲ ਆ, ਕਿਉਂਕਿ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਹਾਊਸਿੰਗ ਮਾਰਕੀਟ, ਜੋ ਇਸ ਟਾਈਮ ਦੇ ਉੱਪਰ ਮੇਨ ਮੁੱਦਾ ਜਿਹੜਾ ਵਾ ਉਹ ਬਣਿਆ ਹੋਇਆ ਹੈ। ਠੀਕ ਹੈ ਜੀ। ਤੇ ਜਿਹੜਾ ਹਾਊਸ ਮਾਰਕੀਟ ਹੈ, ਇਹ ਅਸਲ 'ਚ ਇਹਦੀ ਪਰਿਭਾਸ਼ਾ ਦੇਣੀ ਹੋਵੇ ਕਿ ਹਾਊਸਿੰਗ ਅਸਲ 'ਚ ਅਮਰੀਕਾ ਵਿੱਚ ਹੈ ਕੀ? ਗੁਰਜੀਤ ਸਿੰਘ ਜੀ, ਜਿਹੜੀ ਹਾਊਸਿੰਗ ਦੀ ਜਿਹੜੀ ਐਕਚੁਅਲ ਡੈਫੀਨੇਸ਼ਨ ਹੈ, ਜੋ ਪਰਿਭਾਸ਼ਾ ਹੈ, ਉਹ ਜੇ ਮੈਂ ਐਕਸਪਲੇਨ ਕਰਾਂ 3 ਪੁਆਇੰਟਸ ਦੇ ਵਿੱਚ ਆ। ਨੰਬਰ 1, ਇਸੀ ਨੂੰ ਕਹਿ ਸਕਦੇ ਹਾਂ ਕਿ ਇਹ ਇੱਕ ਲਾਈਫ ਸੇਵਿੰਗ ਹੈ। ਠੀਕ ਹੈ ਜੀ। ਕੋਈ ਵੀ ਪਰਸਨ ਆਪਣੇ 15 ਸਾਲ ਜਾਂ 30 ਸਾਲ ਦੀ ਮੌਰਗੇਜ ਪੇ ਆਫ ਕਰਦਾ ਹੈ, ਇਹ ਯਕੀਨ ਦੇ ਨਾਲ ਕਰਦਾ ਹੈ ਕਿ ਕੱਲ ਨੂੰ ਉਹਦੇ ਮਾੜੇ ਸਮੇਂ ਦੇ ਵਿੱਚ ਇੱਕ ਐਸਾ ਐਸਟ, ਹਨਾ, ਇੱਕ ਉਹਦੀ ਰਿਹਾਇਸ਼ ਦੀ ਜਗ੍ਹਾ ਤੇ ਹੈ ਹੀ ਹੈ, ਪਲੱਸ ਇੱਕ ਐਸਾ ਐਸਟ ਬਿਲਡ ਹੋ ਰਿਹਾ ਜਿਹੜੀ ਉਹਦੀ ਲਾਈਫ ਸੇਵਿੰਗ ਮਨੀ ਵੀ ਉਹਦੇ ਵਿੱਚ ਹੈਗੀ ਹੈ। ਠੀਕ ਹੈ। ਨੰਬਰ 2 ਜਿਹੜਾ ਹੈਗਾ ਵਾ, ਉਹ ਇਹ ਕਹਿ ਸਕਦੇ ਹਾਂ ਕਿ ਜਿਹੜਾ ਹਾਊਸਿੰਗ ਹੈ, ਉਹ ਮੰਥਲੀ ਹਾਊਸ ਹੋਲਡ ਦੇ ਬਜਟ ਦੇ ਵਿੱਚ ਮੋਸਟ ਐਕਸਪੈਂਸਿਵ ਆਈਟਮ ਵੀ ਹੈ, ਕਿਉਂਕਿ ਜਿਹਦਾ ਸਭ ਤੋਂ ਵੱਧ ਖਰਚਾ ਜਿਹੜਾ ਵਾ ਉਹ ਇਸੇ ਚੀਜ਼ ਦਾ ਹੈਗਾ। ਲਾਸਟ ਬਟ ਨਾਟ ਲੀਸਟ, ਇਹ ਹੈ ਅਮਰੀਕਨ ਡ੍ਰੀਮ। ਸੋ ਜਿਵੇਂ ਕਿ ਜਗਦੀਸ਼ ਜੀ ਤੁਸੀਂ ਕਿਹਾ ਕਿ ਹਰ ਇੱਕ ਦਾ ਇੱਕ ਸੁਪਨਾ ਹੈ, ਜਿਵੇਂ ਕਿ ਅਮਰੀਕਨ ਡ੍ਰੀਮ ਤੁਸੀਂ ਨਾਲ ਕਿਹਾ ਹੈ ਨਾ। ਸੋ ਇਸ ਅਮਰੀਕਨ ਡ੍ਰੀਮ ਨੂੰ ਪੂਰਾ ਕਰਨ ਵਾਸਤੇ ਜਿਹੜਾ ਕਰੰਟ ਸਿਨੈਰੀਓ ਆ ਉਹ ਕੀ ਹੈ? ਵੇਖੋ ਗੁਰਜੀਤ ਸਿੰਘ ਜੀ, ਜੋ ਕਰੰਟ ਸਿਨੈਰੀਓ ਆ ਮਾਰਕੀਟ ਦੇ ਵਿੱਚ ਹਾਊਸਿੰਗ ਨੂੰ ਲੈ ਕੇ, ਉਹਦੇ 'ਚ ਕਾਫੀ ਜਿਹੜੀਆਂ ਨੇ ਤਬਦੀਲੀਆਂ, ਜੇ ਅਸੀਂ ਪਿਛਲੇ 1 ਸਾਲ ਨੂੰ ਹੀ ਕੰਪੇਅਰ ਕਰੀਏ ਤਾਂ ਕਾਫੀ ਆਈਆਂ ਨੇ। ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰ ਦੀ ਅਗਰ ਰਿਪੋਰਟ ਦੇਖੀਏ ਤੇ ਥਰੂ ਆਊਟ ਕੈਲੀਫੋਰਨੀਆ ਦੇ ਵਿੱਚ ਹੀ 30 ਤੋਂ 50% ਜਿਹੜਾ ਵਾ ਸੇਲਸ ਦੇ ਵਿੱਚ ਡਿਕਲਾਈਨ ਆਇਆ ਵਾ। ਮਤਲਬ ਕਿ ਜਿਹੜੇ ਅੱਗੇ ਇੱਕ ਹੋਰ, ਜੇ ਮੈਂ ਇੱਕ ਐਗਜ਼ਾਮਪਲ ਨਾਲ ਐਡ ਅਪ ਕਰਾਂ, ਕਿ ਜਿੱਥੇ ਅੱਜ ਤੋਂ ਤਕਰੀਬਨ 1 ਸਾਲ ਜਾਂ ਸਵਾ ਸਾਲ ਪਹਿਲੇ ਮਾਰਕੀਟ ਦੇ ਵਿੱਚ ਜਦੋਂ ਘਰ ਲੱਗਿਆ ਕਰਦੇ ਸੀ ਸੇਲ ਤੇ, ਉਹਨਾਂ ਦੀ ਜਿਹੜੀ ਸੇਲ ਪੈਂਡਿੰਗ ਜਾਣ ਦੇ ਜਿਹੜੇ ਦਿਨ ਸੀ ਉਹ ਤਕਰੀਬਨ 11 ਤੋਂ 15 ਹੋਇਆ ਕਰਦੇ ਸੀ, ਤੇ ਅੱਜ ਦੀ ਡੇਟ ਦੇ ਵਿੱਚ ਉਹ ਲਗਭਗ 1 ਮਹੀਨਾ ਜਾਂ 1 ਮਹੀਨੇ ਤੋਂ ਵੱਧ ਵੀ ਜਿਹੜਾ ਵਾ ਉਹ ਸਮਾਂ ਲੱਗ ਰਿਹਾ। ਸੋ ਮਾਰਕੀਟ ਦੇ ਵਿੱਚ ਜਿਹੜਾ ਚੇਂਜ ਹੈ ਉਹ ਜ਼ਰੂਰ ਆਇਆ ਗੁਰਜੀਤ ਸਿੰਘ ਜੀ। ਠੀਕ ਹੈ ਜਗਦੀਸ਼ ਸਿੰਘ ਜੀ, ਜਿਵੇਂ ਕਿ ਜਿਹੜਾ ਹੁਣ ਜਿਹੜੀ ਘਰਾਂ ਦੀ ਮਾਰਕੀਟ ਆ, ਘਰਾਂ ਦੀ ਅਵੇਲੇਬਿਲਟੀ ਆ, ਹਾਂਜੀ, ਜਿਹੜੇ ਆਪਣੇ ਆਪਾਂ ਜੇ ਪਿੱਛੇ ਜਾ ਕੇ ਦੇਖੀਏ ਤਾਂ ਅਵੇਲੇਬਿਲਟੀ ਘੱਟ ਸੀ, ਹੁਣ ਅਵੇਲੇਬਿਲਟੀ ਵੱਧ ਗਈ। ਇਹਦਾ ਕਾਰਨ ਕੀ ਹੈ? ਕਿ ਪਿੱਛੇ ਹਟ ਰਹੇ ਨੇ ਘਰ ਬਾਏ ਕਰਨ ਤੋਂ, ਜਾਂ ਕੀ ਹੋ ਰਿਹਾ? ਵੈਲ ਗੁਰਜੀਤ ਸਿੰਘ ਜੀ, ਇਹਦੇ 'ਚ ਗੱਲ ਇਹ ਆ ਕਿ ਕੈਂਸਲੇਸ਼ਨਸ ਜਿਹੜੀਆਂ ਨੇ ਉਹ ਬਹੁਤ ਹੋਈਆਂ ਨੇ, ਖਾਸ ਕਰਕੇ ਜਿਹੜੀਆਂ ਨਿਊ ਕੰਸਟਰਕਸ਼ਨਸ ਨੇ, ਹਨਾ, ਜਿਹੜੇ ਬਿਲਡਰਸ ਘਰ ਸੈਲ ਕਰ ਰਹੇ ਸੀ, ਉਹਨਾਂ ਦੀਆਂ ਕੈਂਸਲੇਸ਼ਨਸ ਜਿਹੜੀਆਂ ਨੇ ਕੰਟਰੈਕਟਸ ਦੀਆਂ, ਰਾਈਟ, ਉਹ ਇੱਕ ਪ੍ਰੋਸੈਸ ਦੇ ਵਿੱਚ ਸੀ ਜਦੋਂ ਤੱਕ ਉਹਨਾਂ ਦਾ ਘਰ ਬਣ ਰਿਹਾ। ਤਕਰੀਬਨ ਜੇ ਅਸੀਂ ਵੇਖਿਆ ਜਾਵੇ ਕਿ ਇੱਕ ਘਰ ਬਣਨ ਦਾ ਜਿਹੜਾ ਪ੍ਰੋਸੈਸ ਆ ਉਹ 6 ਮਹੀਨੇ ਤੋਂ ਲੈ ਕੇ 12 ਮਹੀਨੇ ਡਿਪੈਂਡ ਕਰਦਾ, ਵੇਰੀ ਕਰਦਾ ਬਿਲਡਰ ਟੂ ਬਿਲਡਰ। ਹੁਣ ਪਿਛਲੇ 6 ਤੋਂ 8 ਮਹੀਨਿਆਂ ਦੇ ਵਿੱਚ ਜਿਹੜੀ ਪਿਕਚਰ ਹੈ ਉਹ ਚੇਂਜ ਹੁੰਦੀ ਗਈ। ਰੇਟ ਆਫ ਇੰਟਰਸਟ ਜਿਹੜੇ ਸੀ ਮੌਰਗੇਜ ਦੇ ਉਹ ਵੱਧਦੇ ਗਏ, ਜਿਨ੍ਹਾਂ ਦੇ ਵਧਣ ਕਰਕੇ ਕੀ ਹੋ ਗਿਆ ਕਿ ਬਾਇਰਸ ਦੇ ਜਿਹੜੇ ਮਨ ਦੇ ਵਿੱਚ ਆ ਉਹ ਫੇਅਰ ਜਿਹੜਾ ਵਾ ਉਹ ਬਣਿਆ ਰਿਹਾ, ਉਹਦੇ ਕਰਕੇ ਉਹਨਾਂ ਨੂੰ ਜਿਹੜੀਆਂ ਵਾ ਉਹ ਕੈਂਸਲੇਸ਼ਨਸ ਕਰਨੀਆਂ ਪਈਆਂ, ਬੈਕ ਆਊਟ ਹੋਏ। ਤੇ ਮੈਂ ਇੱਥੇ ਇੱਕ ਚੀਜ਼ ਹੋਰ ਐਡ ਵੀ ਕਰਦਾ ਵਾਂ ਗੁਰਜੀਤ ਸਿੰਘ ਜੀ, ਕਿ ਇਹ ਕੈਂਸਲੇਸ਼ਨਸ ਹੋਣ ਦੇ ਨਾਲ ਬਾਇਰਸ ਨੂੰ ਇੱਕ ਨੁਕਸਾਨ ਜਿਹੜਾ ਵਾ ਉਹ ਵੀ ਚੱਲਣਾ ਪਿਆ, ਕਿਉਂਕਿ ਜਿਹਨੂੰ ਅਸੀਂ ਕਹਿੰਦੇ ਆ ਕਿ ਘਰ ਬਾਏ ਕਰਨ ਲੱਗਿਆ, ਜਦੋਂ ਅਸੀਂ EMD ਜਿਹਨੂੰ ਕਹਿੰਦੇ ਆ ਅਰਨੈਸਟ ਮਨੀ ਡਿਪੋਜ਼ਿਟ, ਜਿਹੜਾ ਵੇਰੀ ਕਰਦਾ 5000 ਤੋਂ ਲੈ ਕੇ $20,000 ਤੱਕ, ਜੋ ਅਸੀਂ ਬਿਲਡਰਸ ਨੂੰ ਪੇ ਕਰਦੇ ਆ ਘਰ ਪਰਚੇਸ ਕਰਨ ਲੱਗਿਆ। ਬਹੁਤ ਸਾਰੇ ਐਸੇ ਜਿਹੜੇ ਸਾਡੇ ਵੀਰ ਭੈਣ ਭਰਾ ਨੇ ਜਿਹੜੇ ਉਹ ਕੁਆਲੀਫਾਈ ਅਗਰ ਨਹੀਂ ਲੋਨ ਵਾਸਤੇ ਕਰ ਪਾਏ, ਕਿਉਂਕਿ ਇੰਟਰਸਟ ਰੇਟ ਵੱਧ ਰਹੇ ਸੀ, ਪਹਿਲਾਂ ਸਿਨੈਰੀਓ ਡਿਫਰੈਂਟ ਸੀ, ਬਾਅਦ ਚੀਜ਼ਾਂ ਡਿਫਰੈਂਟ ਹੋ ਗਈਆਂ, ਉਹਨਾਂ ਕਰਕੇ ਉਹਨਾਂ ਨੂੰ ਲੂਜ਼ ਵੀ ਕੀਤੇ। ਕਈ ਜਗ੍ਹਾ ਤੇ EMDs ਜਿਹੜੇ ਨੇ ਉਹ ਨਾਨ ਰਿਫੰਡੇਬਲ ਰਹੇ ਨੇ, ਕਈ ਜਗ੍ਹਾ ਆਪਸ਼ਨ ਡਿਪੋਜ਼ਿਟਸ ਜਿਹੜੇ ਹੁੰਦੇ ਨੇ, ਹਨਾ, ਉਹ ਵੀ ਲੋਕਾਂ ਨੂੰ ਉਹਦੇ ਵਿੱਚ ਵੀ ਭਾਰੀ ਜਿਹੜਾ ਵਾ ਨੁਕਸਾਨ ਜਿਹੜਾ ਵਾ ਝੱਲਣਾ ਪਿਆ ਹੈ। ਸੋ ਕਰੰਟ ਸਿਨੈਰੀਓ ਮਾਰਕੀਟ ਦਾ ਕੁੱਲ ਮਿਲਾ ਕੇ ਅੱਜ ਦੀ ਡੇਟ ਦੇ ਵਿੱਚ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ। ਸੋ ਦੇਖੀਏ ਤਾਂ ਜਿਹੜਾ ਇੰਟਰਸਟ ਰੇਟ ਆ ਉਹ ਕਾਫੀ ਉੱਪਰ ਗਿਆ ਜਗਦੀਸ਼ ਸਿੰਘ ਜੀ। ਹਾਂਜੀ। ਸੋ ਇਹ ਉੱਪਰ ਜਾਣ ਨਾਲ ਜਿਹੜੇ ਘਰਾਂ ਦੇ ਜਿਹੜੇ ਪ੍ਰਾਈਸ ਆ ਉਹ ਆਈ ਥਿੰਕ 10-15% ਜਿਹੜੇ ਘਟੇ ਨੇ, ਪਰ ਜਿਹੜਾ ਆਪਣਾ ਭਾਈਚਾਰਾ ਹੈ ਜਾਂ ਪੰਜਾਬੀ ਭਾਈਚਾਰਾ ਹੈ ਉਹ ਅਜੇ ਵੀ ਘਰ ਲੈਣ ਬਾਰੇ ਜ਼ਿਆਦਾ ਸੋਚਦਾ ਹੈ, ਜਾਂ ਦੇਖੀਏ ਮਾਰਕੀਟ ਦਾ ਕਰੰਟ ਸਿਨੈਰੀਓ ਥੋੜਾ ਪਿੱਛੇ ਹਟ ਜਾਂਦੇ ਨੇ। ਜੇ ਵੇਖੀਏ ਤਾਂ ਇੰਟਰਸਟ ਰੇਟ ਘੱਟ ਹੀ ਤੇ ਆਪਾਂ ਲੈਣਾ ਲਗਾ ਕੇ ਬੈਠੇ ਕਿ ਮੈਨੂੰ ਘਰ ਚਾਹੀਦਾ, ਬਿੱਡਾਂ ਵੀ ਲਾ ਰਹੇ ਸੀ ਆਪਾਂ ਨਾ। ਬਿਲਕੁਲ ਹਾਂਜੀ, 10% ਤਾਂ ਉੱਪਰ ਜਾ ਕੇ ਵੀ ਘਰ ਖਰੀਦ ਰਹੇ ਸੀ। ਹਾਂਜੀ। ਜੇ ਦੇਖੀਏ ਤਾਂ ਇੰਟਰਸਟ ਰੇਟ ਦੇ ਵਧਣ ਦੇ ਕਾਰਨ ਘਰਾਂ ਦੇ ਜਿਹੜਾ ਡਾਊਨਫਾਲ ਆਇਆ ਹੈ ਨਾ, ਥੋੜ੍ਹਾ ਬਹੁਤੇ ਘਟੇ ਨੇ, ਉਹਦੇ ਨਾਲ ਆਈ ਥਿੰਕ ਮੌਰਗੇਜ ਤੇ ਕਿੰਨਾ ਕੁ ਫਰਕ ਆ ਉਸ ਟਾਈਮ ਦਾ ਤੇ ਇਸ ਟਾਈਮ ਦਾ? ਵੇਖੋ ਗੁਰਜੀਤ ਸਿੰਘ ਜੀ, ਇਹਦੇ 'ਚ 2 ਪੁਆਇੰਟਸ ਨੇ ਜਿਹੜੇ ਮੈਂ ਇੱਥੇ ਡਿਸਕਸ ਕਰਨਾ ਚਾਹੁੰਦਾ। ਨੰਬਰ 1 ਜਿਹੜਾ ਵਾ, ਨੋ ਡਾਊਟ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਜਦੋਂ ਮੌਰਗੇਜ ਰੇਟਸ ਜਿਹੜੇ ਨੇ ਉਹ ਵਧੇ ਆ, ਜਿਹੜੇ ਅੱਜ ਦੀ ਡੇਟ ਦੇ ਵਿੱਚ ਵੀ ਐਵਰੇਜ ਦੇਖੀਏ ਤੇ 6.5% ਦੇ ਕੋਲ ਨੇ, ਰਾਈਟ।
ਜਦ ਕਿ ਜੇ ਅੱਜ ਤੋਂ ਅਸੀਂ ਜਦੋਂ ਕੋਵਿਡ ਆਇਆ ਹਿੱਟ ਕੀਤਾ ਵਾ ਤੇ ਜਦੋਂ ਉਸ ਦਿਨਾਂ ਦੀ ਮਾਰਕੀਟ ਨੂੰ ਵੇਖੀਏ ਤੇ ਜਿਹੜੇ ਇੰਟਰਸਟ ਰੇਟ ਜਿਹੜੇ ਆ ਉਹ 3% ਤੋਂ ਵੀ ਥੱਲੇ ਡ੍ਰੌਪ ਕਰ ਗਏ ਹੋਏ ਸੀ 30 ਈਅਰ ਜਿਹੜੇ ਫਿਕਸ ਕੀਤੀ ਗੱਲ ਕਰ ਰਹੇ ਹਾਂ ਅਸੀਂ ਉਹਨਾਂ ਟਾਈਮਾਂ ਦੇ ਵਿੱਚ ਵਾਕਈ ਲੋਕੀ ਜਿਹੜੇ ਆ ਲਾਈਨਾਂ ਲਾ ਕੇ ਵੀ ਘਰ ਜਿਹੜੇ ਆ ਉਹ ਬਾਈ ਕਰ ਰਹੇ ਸੀ। ਵੇਖੋ ਅੱਜ ਦਾ ਕਾਰਨ ਇਹ ਆ ਕਿ ਜੇ ਅਸੀਂ ਓਵਰਆਲ ਸਿਨੈਰੀਓ ਦੇਖੀਏ ਕਿ ਜੇ ਰੇਟ ਆਫ ਇੰਟਰਸਟ ਵੱਧ ਗਿਆ, ਜੇ ਲੱਖ 1.5 ਲੱਖ ਜਿਹੜਾ ਵਾ ਪ੍ਰਾਈਸ ਜਿਹੜਾ ਘਰ ਦਾ ਵੀ ਘਟ ਗਿਆ, ਜਿਹੜੀ ਮੰਥਲੀ ਮੌਰਗੇਜ ਆ ਕਿਤੇ ਨਾ ਕਿਤੇ ਉੱਥੇ ਆ ਕੇ ਜ਼ਰੂਰ ਖੜ ਜਾਂਦੀ, ਉਹਦੇ ਲਾਗੇ ਬੰਨੇ ਖੜ ਜਾਂਦੀ ਹੈ। ਪਰ ਐਸਾ ਕੀ ਵਜ੍ਹਾ ਹੈ ਕਿ ਜਿਹਦੇ ਕਰਕੇ ਜਿਹੜੇ ਲੋਕ ਨੇ ਹਨਾ, ਜਿਵੇਂ ਤੁਹਾਡਾ ਸਵਾਲ ਆ ਕਿ ਉਹ ਕਿਉਂ ਰੁਕੇ। ਵੇਖੋ ਨੰਬਰ 1 ਮੈਨੂੰ ਇਹ ਲੱਗਦਾ ਕਿ ਜਿਹੜਾ ਫੀਅਰ ਆਫ ਰਿਸੈਸ਼ਨ, ਜਿਹਦੇ ਕਰਕੇ 2008 ਦੇ ਵਿੱਚ ਜਿਵੇਂ ਲੋਕਾਂ ਨੇ ਇੱਕ ਗ੍ਰੇਟ ਡਿਪਰੈਸ਼ਨ ਦਾ ਜਿਹੜਾ ਲੋਕੀ ਸ਼ਿਕਾਰ ਹੋਏ ਸੀ, ਵੀ ਕਾਲ ਇਟ ਗ੍ਰੇਟ ਡਿਪਰੈਸ਼ਨ, ਨਾਟ ਇਵਨ ਅ ਰਿਸੈਸ਼ਨ, ਤੇ ਜਿਹਦੇ ਕਰਕੇ ਲੋਕਾਂ ਦੇ ਵਿੱਚ ਜਿਹੜੇ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਮੰਦੀ ਆ ਗਈ ਸੀ, ਲੋਕੀ ਘਰ ਜਿਹੜੇ ਛੱਡਣ ਦੇ ਮਜਬੂਰ ਹੋ ਗਏ ਸੀ। ਕਿਤੇ ਨਾ ਕਿਤੇ ਜਿਹੜਾ ਡਰ ਆ ਉਹ ਇਤਿਹਾਸ ਦੇ ਵਿੱਚ ਜੋ ਵਾਪਰਿਆ ਉਹਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਹੋ ਜਾਂਦਾ ਕਿ ਯਾਰ ਇੱਕਦਮ ਸਾਰੇ ਸਟਾਪ ਕਰ ਗਏ ਆ, ਇਜ਼ ਇਟ ਅ ਗੁੱਡ ਡਿਸੀਜਨ ਟੂ ਬਾਈ ਦਾ ਹੋਮ ਔਰ ਨਾਟ, ਹਨਾ, ਇੱਕ ਕੁਐਸਚਨ ਜਿਹਾ ਬਣ ਜਾਂਦਾ। ਜਦੋਂ ਵੇਖੋ ਮੰਥਲੀ ਮੈਂ ਜਿਵੇਂ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ ਕਿ ਮੋਸਟ ਐਕਸਪੈਂਸਿਵ ਆਈਟਮ ਆ ਇਹ ਹਾਊਸ ਹੋਲਡ ਬਜਟ ਦੀ, ਹਾਂਜੀ, ਮੰਥਲੀ, ਰਾਈਟ। ਹੁਣ ਉਹ ਐਡਾ ਮਹਿੰਗਾ ਡਿਸੀਜਨ ਲੈਣ ਲੱਗਿਆ ਹਰ ਬੰਦਾ 2 ਵਾਰ ਜ਼ਰੂਰ ਸੋਚਦਾ ਹੈ। ਬਿਲਕੁਲ। ਜਿਹੜਾ ਦੂਜਾ ਕਾਰਨ ਇਹ ਆ ਕਿ ਜਿਵੇਂ ਆਪਾਂ ਆਪਣੇ ਪਹਿਲੇ ਐਪੀਸੋਡ ਦੇ ਵਿੱਚ ਵੀ ਕੀਤਾ ਕਿ ਬਹੁਤਾ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਹੈਗਾ ਵਾ ਉਹ ਟਰੱਕਿੰਗ ਇੰਡਸਟਰੀ ਦੇ ਰਿਲੇਟਡ ਜਿਹੜਾ ਵਾ ਉਹਨਾਂ ਕੰਮਾਂ ਦੇ ਵਿੱਚ ਕਰਦਾ ਹੈ। ਸੋ ਬੇਸਿਕਲੀ ਬਿਜ਼ਨੈਸਿਸ ਉਹਨਾਂ ਦੇ ਜਿਹੜੇ ਆ ਟਰੱਕਿੰਗ ਦੇ ਰਿਲੇਟਡ ਨੇ। ਸੋ ਹੁਣ ਉਹ ਵੀ ਟਰੱਕਿੰਗ ਇੰਡਸਟਰੀ ਜਿਹੜੀ ਆ ਉਹ ਬਹੁਤ ਬੁਰੀ ਤਰ੍ਹਾਂ ਇੰਪੈਕਟ ਹੋਈ ਆ ਤੇ ਟਰੱਕਾਂ ਦੇ ਜਿਹੜੇ ਲੋਡਾਂ ਦੇ ਰੇਟ ਘਟੇ ਨੇ, ਗੈਸ ਪ੍ਰਾਈਸਿਸ ਅਪ ਹੋ ਗਏ ਨੇ, ਜਿਹਦੇ ਕਰਕੇ ਜੇ ਕਹਿ ਸਕਦੇ ਆ ਕਿ ਕੰਮਾਂ ਦੇ ਵਿੱਚ ਬਿਜ਼ਨੈਸਿਸ ਦੇ ਵਿੱਚ ਵੀ ਜਿਹੜੀ ਆ ਉਹ ਉਹਨਾਂ ਦੀ ਇਨਕਮ ਦੇ ਵਿੱਚ ਕਟੌਤੀ ਆਈ ਆ ਕਿ ਜਿੱਥੇ ਪਹਿਲਾਂ ਅੱਜ ਤੋਂ ਸਾਲ ਪਹਿਲਾਂ ਅਸੀਂ ਘਰ ਲੈਣ ਲੱਗਿਆ ਬਿਡ ਤੇ ਘਰ ਲੈਣ ਲੱਗਿਆ ਵੀ ਨਹੀਂ ਸੀ ਕਤਰਾਉਂਦੇ, ਅੱਜ ਲੋਅਰ ਪ੍ਰਾਈਸ ਤੇ ਘਰ ਮਿਲਣ ਤੇ ਵੀ ਕਈ ਵਾਰੀ ਅਸੀਂ ਹੈਜ਼ਿਟੇਟ ਕਰਦੇ ਆ, ਜਿਹੜਾ ਹੈਜ਼ਿਟੇਟ ਹੋਣਾ ਲਾਜ਼ਮੀ। ਜਿਹੜੀ ਲਾਸਟ ਥਿੰਗ ਜਿਹੜੀ ਮੈਂ ਇੱਥੇ ਇੱਕ ਚੀਜ਼ ਲਾਸਟ ਹੋਰ ਐਡ ਕਰਨਾ ਚਾਹੂੰਗਾ ਕਿ ਜਿਹੜਾ ਫਿਰ ਵੀ ਮੈਂ ਇਹ ਗੱਲ ਕਹੂੰਗਾ ਕਿ ਜਿਹੜਾ ਹਾਊਸ ਹੈ, ਜਿਵੇਂ ਸਾਡੇ ਜਿਹੜੇ ਪੰਜਾਬੀ ਵੀਰ ਭਰਾ ਜਿਵੇਂ ਕਈ ਵਾਰੀ ਹੈਜ਼ਿਟੇਟ ਕਰਦੇ ਨੇ, ਮੈਂ ਉਹਨਾਂ ਨੂੰ ਇਹ ਕਹੂੰਗਾ ਕਿ ਵੇਖੋ ਹਾਊਸਿੰਗ ਬਾਏ ਕਰਨ ਦਾ ਜਿਹੜਾ ਰਾਈਟ ਸਮਾਂ ਹੈ ਉਹ ਸਮਾਂ ਉਦੋਂ ਹੀ ਰਾਈਟ ਹੁੰਦਾ ਵਾ ਜਿਸ ਦਿਨ ਤੁਸੀਂ ਉਹ ਬਾਏ ਕਰਨ ਦਾ ਡਿਸੀਜ਼ਨ ਲੈਂਦੇ ਹੋ, ਰਾਈਟ। ਚਾਹੇ ਉਹ ਘਰ ਪੀਕ ਤੇ ਆ ਚਾਹੇ ਉਹ ਘੱਟ ਆ, ਰਾਈਟ। ਜਿਸ ਦਿਨ ਤੁਹਾਡਾ ਬਜਟ ਤੁਹਾਨੂੰ ਅਲਾਓ ਕਰਦਾ ਹੈ ਘਰ ਬਾਏ ਕਰਨ ਵਾਸਤੇ, ਦੈਟ ਇਜ਼ ਦਾ ਰਾਈਟ ਟਾਈਮ, ਨਾਟ ਕਿ ਜਦੋਂ ਹਰ ਬੰਦੇ 10 ਮਾਰਕੀਟ 'ਚ ਬੰਦੇ ਖਲੋਤੇ ਆ 10 ਹੀ ਘਰ ਲੈਣ ਨੂੰ ਤੁਰ ਪਏ ਆ, ਅਫਕੋਰਸ ਤੁਸੀਂ ਉਹ ਘਰ ਓਵਰ ਪ੍ਰਾਈਸ ਬਾਏ ਕਰੋਗੇ। ਨਾਟ ਲਾਈਕ ਕਿ ਹੁਣ ਬਿਲਕੁਲ ਸਾਰੇ ਜਾਣੇ ਸਟਾਪ ਕਰਕੇ ਹੋਏ ਆ, ਟੋਟਲ 100% ਕੰਪਲੀਟ ਸਟਾਪ ਹੀ ਲੱਗ ਗਿਆ ਹੋਇਆ ਵਾ ਕਿ ਜਿਹੜਾ ਬਾਹਲਾ ਕੇ ਨਹੀਂ ਲੱਗਾ, ਡਿਕਲਾਈਨ ਜ਼ਰੂਰ ਆ ਸੇਲਸ ਦੇ ਵਿੱਚ ਬਟ ਕੰਪਲੀਟ ਸਟਾਪ ਨਹੀਂ ਹੈਗਾ, ਉਹ ਵੀ ਨਹੀਂ ਆ। ਬਟ ਫਿਰ ਘੁੰਮ ਕੇ ਗੱਲ ਉੱਥੇ ਆ ਜਾਂਦੀ ਹੈ ਕਿ ਜਿਸ ਦਿਨ ਤੁਹਾਡਾ ਬਜਟ ਹੈ ਨਾ, ਤੁਹਾਡੀ ਵਿਲ ਜਿਹੜੀ ਅਲਾਓ ਕਰਦੀ ਹੈ ਘਰ ਬਾਏ ਕਰਨ ਵਾਸਤੇ, ਉਹ ਜ਼ਰੂਰ ਕਰੋ ਕਿਉਂਕਿ ਇਹ ਇੱਕ ਲਾਈਫ ਸੇਵਿੰਗ ਵੀ ਹੈ। ਬਿਲਕੁਲ ਜੀ। ਜਗਦੀਸ਼ ਸਿੰਘ ਜੀ, ਇੱਕ ਗੱਲ ਹੋਰ ਐਡ ਕਰਨੀ ਚਾਹਾਂਗਾ, ਜਿਵੇਂ ਕਿ ਆਪਾਂ ਕਿਹਾ ਕਿ ਜਿਹਨੇ ਫਸਟ ਟਾਈਮ ਹੋਮ ਬਾਇਰ ਆ ਜਾਂ ਜਿਸ ਨੇ ਆਪਣੇ ਰੈਜ਼ੀਡੈਂਸ ਵਾਸਤੇ ਕਰ ਲੈਣਾ ਹੈ ਨਾ, ਰਹਿਣ ਵਾਸਤੇ, ਉਹ ਤਾਂ ਠੀਕ ਹੈ। ਜੇ ਕਿਸੇ ਨੇ ਇਨਵੈਸਟਮੈਂਟ ਕਰਨੀ ਹੈ ਇਸ ਦੌਰ ਵਿੱਚ, ਤੇ ਉਹ ਵੀ ਇਸ ਟਾਈਮ ਉਹਦਾ ਰਾਈਟ ਸਮਾਂ ਹੈ ਕਿ ਨਹੀਂ ਹੈ? ਬਿਲਕੁਲ। ਉਹਦੇ ਵਾਸਤੇ ਮੈਂ ਇਨਵੈਸਟਮੈਂਟ ਨੂੰ ਜਿਹੜਾ ਟੌਪਿਕ ਹੈ ਇਹਨੂੰ ਡਿਸਕਸ ਕਰਨ ਲਈ ਮੈਂ ਨਾ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਸੋ ਤੁਸੀਂ ਜਿਹੜਾ ਇੱਕ ਇਹਦੇ ਵੱਲ ਇਸ ਚੀਜ਼ ਵੱਲ ਇੱਕ ਜਿਹੜੀਆਂ ਕੈਲਕੂਲੇਸ਼ਨਸ ਅਸੀਂ ਕੀਤੀਆਂ, ਇਹ ਕੈਲਕੂਲੇਸ਼ਨਸ ਵੱਲ ਮਾੜਾ ਜਿਹਾ ਜ਼ਰੂਰ ਤੁਸੀਂ ਗੌਰ ਕਰਿਓ। ਹਾਂਜੀ ਦੋਸਤੋ, ਇਸ ਡੈਮੋ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ 3 ਡਿਫਰੈਂਟ ਸਿਨੈਰੀਓਜ਼ ਦਾ। ਸੋ 3 ਡਿਫਰੈਂਟ ਸਿਨੈਰੀਓਜ਼ ਕਿਹੜੇ ਨੇ? ਪਹਿਲਾ ਸਿਨੈਰੀਓ ਬਿਫੋਰ ਕੋਵਿਡ, ਦੂਸਰਾ ਸਿਨੈਰੀਓ ਡਿਊਰਿੰਗ ਕੋਵਿਡ ਤੇ ਤੀਸਰਾ ਸਿਨੈਰੀਓ ਆਫਟਰ ਕੋਵਿਡ ਜੋ ਇਸ ਕਰੰਟ ਮਾਰਕੀਟ ਦੇ ਵਿੱਚ ਬਣਿਆ ਹੋਇਆ ਹੈ। ਸੋ ਦੋਸਤੋ, ਸ਼ੁਰੂਆਤ ਕਰਦੇ ਹਾਂ ਕਿ ਬਿਫੋਰ ਕੋਵਿਡ ਕੀ ਹੋਇਆ ਕਰਦਾ ਸੀ ਕਿ ਮਾਰਕੀਟ ਦੇ ਵਿੱਚ ਜਿਹੜੀ ਘਰਾਂ ਦੀ ਅਵੇਲੇਬਿਲਿਟੀ ਆ ਉਹ ਜ਼ਿਆਦਾ ਸੀ ਤੇ ਬਾਇਰਸ ਘੱਟ ਸੀ, ਜਿਹਦੇ ਕਰਕੇ ਜਿਹੜੀ ਪ੍ਰਾਈਸਿਸ ਦੇ ਵਿੱਚ ਨੈਗੋਸੀਏਸ਼ਨ ਵੀ ਉਨੀ ਚੱਲਿਆ ਕਰਦੇ ਸੀ। ਐਗਜ਼ਾਮਪਲ, ਮਾਰਕੀਟ ਦੇ ਵਿੱਚ 2 ਘਰ ਅਵੇਲੇਬਲ ਨੇ, ਰਾਈਟ। ਇੱਥੇ ਸਿਰਫ ਇੱਕ ਜਣਾ ਮਾਰਕੀਟ ਦੇ ਵਿੱਚ ਘਰ ਬਾਏ ਕਰਨ ਆ ਰਿਹਾ। ਸੋ ਇਹਦੇ ਕੋਲ ਆਪਸ਼ਨ ਇਹ ਹੈਗੀ ਆ ਕਿ ਇਹਦੇ ਕੋਲ ਚੋਇਸ ਹੈਗੀ ਆ, ਈਦਰ ਇਹ ਬੰਦਾ ਆ ਘਰ ਬਾਏ ਕਰਨ ਜਾ ਸਕਦਾ ਔਰ ਇਹ ਬਾਏ ਕਰਨ ਜਾ ਸਕਦਾ, ਪਲੱਸ ਜਿਹੜਾ ਵੀ ਘਰ ਬਾਏ ਕਰਨ ਜਾਏਗਾ ਉੱਥੇ ਇਹ ਪ੍ਰਾਈਸ ਨੈਗੋਸੀਏਸ਼ਨ ਵੀ ਕਰ ਸਕਦਾ। ਐਗਜ਼ਾਮਪਲ, ਘਰ ਜਿਹੜਾ $100 ਦਾ ਇਹ ਲੱਗਾ ਹੋਇਆ, $110 ਦਾ ਇਹ ਲੱਗਾ ਹੋਇਆ, ਹੈ ਨਾ। ਸੋ ਇਹ ਬੰਦਾ ਇਸ ਘਰਾਂ ਨੂੰ ਨੈਗੋਸ਼ੀਏਟ ਇੱਥੇ $70 ਦੀ ਵੀ ਆਫਰ ਪਾ ਸਕਦਾ, ਇੱਥੇ $80 ਦੀ ਵੀ ਆਫਰ ਪਾ ਸਕਦਾ, ਵਿਚ ਮੀਨਸ ਕਿ ਅਜੇ ਵੀ $20 ਤੋਂ $30 ਦਾ ਜਿਹੜਾ ਡਿਫਰੈਂਸ ਹੈ ਉਹ ਨੈਗੋਸੀਏਸ਼ਨ ਦੇ ਵਿੱਚ ਜਿਹੜਾ ਵਾ ਉਹ ਰੂਮ ਹੈਗਾ ਵਾ। ਸੋ ਇਹ ਪ੍ਰੀਟੀ ਮਚ ਸਿਚੁਏਸ਼ਨ ਹੈਗੀ ਸੀ ਕਿ ਜੇ ਵੱਧ ਤੋਂ ਵੱਧ ਇਹ ਵੀ ਹੁੰਦਾ ਸੀ ਕਿ ਚਲੋ ਇੱਕ ਬਾਇਰ ਹੋਰ ਐਡ ਹੋ ਗਿਆ, ਫਿਰ ਵੀ ਜੇ $100 ਦਾ ਘਰ ਲੱਗਾ ਹੋਇਆ ਉਹ ਫਿਰ ਵੀ ਚਲੋ 90 ਦਾ ਕਿਤੇ ਨਾ ਕਿਤੇ ਨੈਗੋਸੀਏਸ਼ਨ ਜਿਹੜੀ ਹੈ ਫਿਰ ਵੀ ਚੱਲਦੀ ਸੀ। ਜਾਂ ਈਵਨ ਕਹਿ ਸਕਦੇ ਹਾਂ ਕਿ ਘਰ ਜੇ ਬਹੁਤ ਚੰਗੀ ਨੇਬਰਹੁੱਡ ਦੇ ਵਿੱਚ ਲੱਗਾ ਅਤੇ ਘਰ ਦੇ ਵਿੱਚ ਜਿਹੜੀਆਂ ਐਡੀਸ਼ਨਲ ਕੁਆਲਿਟੀਜ਼ ਜ਼ਿਆਦਾ ਨੇ ਐਜ਼ ਕੰਪੇਅਰ ਟੂ ਅਦਰ ਹਾਊਸਿਸ, ਉਹਦੇ ਨਾਲ ਇਹ ਹੁੰਦਾ ਸੀ ਕਿ ਘੱਟੋ ਘੱਟ ਜਿਹੜਾ ਵਾ
ਫੁੱਲ ਪ੍ਰਾਈਸ ਦੇ ਉੱਪਰ ਵੀ ਆਫਰ ਜਿਹੜੀ ਹੈ ਉਹ ਹੋਮ ਬਾਇਰਸ ਨੂੰ ਮਿਲ ਜਾਂਦੀ ਸੀ, ਜਿਹਦੇ ਕਰਕੇ ਦੋਵੇਂ ਬਾਇਰਸ ਖੁਸ਼, ਸੈਲਰ ਖੁਸ਼, ਇਕੁਅਲ ਓਪਰਚੁਨਿਟੀਜ਼ ਹੈਗੀਆਂ ਸੀ ਦੋਵਾਂ ਵਾਸਤੇ। ਹੁਣ ਸਿਨੈਰੀਓ ਡਿਸਕਸ ਕਰਦੇ ਹਾਂ ਕਿ ਡਿਊਰਿੰਗ ਕੋਵਿਡ ਕੀ ਹੋਇਆ। ਜਦੋਂ ਲੋਕਡਾਊਨ ਲੱਗਣ ਦੇ ਨਾਲ ਇੱਕ ਵਾਰੀ ਤੇ ਸਾਰੀ ਮਾਰਕੀਟ ਸਟਾਪ ਹੋ ਗਈ, ਬਿਕਾਜ਼ ਸਾਰੇ ਜਣੇ ਸਰਪ੍ਰਾਈਜ਼ ਸੀ ਕਿ ਮਾਰਕੀਟ ਦੇ ਵਿੱਚ ਹੋਣ ਕੀ ਵਾਲਾ। ਉਸ ਟਾਈਮ ਦੇ ਉੱਪਰ ਜਿਹੜੇ ਹੋਮ ਬਾਇਰ ਸੀ ਇਹ ਵੀ ਸਾਈਡ ਤੇ ਹਟ ਗਏ, ਸੈਲਰ ਜਿਹੜੇ ਆ ਉਹ ਪ੍ਰੈਟੀ ਮਚ ਸਟਾਪ ਹੋ ਗਏ। ਸੋ ਉਹ ਜਿਹੜਾ 2-3 ਮਹੀਨੇ ਦਾ ਜਿਹੜਾ ਐਰਾ ਸੀ, ਜਦ ਤੱਕ ਗਵਰਨਮੈਂਟ ਨੇ ਇਹ ਐਕਸ਼ਨ ਨਹੀਂ ਲਿਆ ਕਿ ਜਿਹੜੇ ਮੌਰਗੇਜ ਰੇਟਸ ਨੇ ਉਹ ਡ੍ਰੌਪ ਹੋ ਗਏ ਤੇ ਜਿਹੜਾ ਵਰਕ ਫਰਮ ਹੋਮ ਦੀਆਂ ਜਿਹੜੀਆਂ ਓਪਰਚੁਨਿਟੀਜ਼ ਲੋਕਾਂ ਨੂੰ ਮਿਲਣ ਲੱਗ ਪਈਆਂ। ਉਸ ਤੋਂ ਬਾਅਦ ਕੀ ਹੋਇਆ ਕਿ ਮਾਰਕੀਟ ਦੇ ਵਿੱਚ ਐਗਜ਼ਾਮਪਲ ਘਰ ਤੇ ਉਹੀ ਸੀ ਰਾਈਟ ਉਸ ਟਾਈਮ ਦੇ ਉੱਪਰ, ਪਰ ਜਿਹੜੀ ਡਿਮਾਂਡ ਆ ਉਹ ਬਾਇਰਸ ਜਿਹੜੇ ਨੇ ਉਹ ਮਾਰਕੀਟ ਦੇ ਵਿੱਚ ਜਿਹੜੇ ਆ ਉਹ ਵਧਣ ਲੱਗ ਪਏ। ਮਾਰਕੀਟ ਦੇ ਵਿੱਚ ਵਧਣ ਕਰਕੇ ਜਿਹੜੇ ਇਹ ਘਰ ਪਹਿਲਾਂ 110 ਦਾ ਹੋਣ ਕਰਕੇ ਐਗਜ਼ਾਮਪਲ, ਜਾਂ ਇਹ 100 ਦਾ ਹੋਣ ਕਰਕੇ 80-90 ਇਹਦੇ ਦੌਰਾਨ ਸੈੱਲ ਹੋਇਆ ਕਰਦਾ ਸੀ, ਜ਼ਿਆਦਾ ਬਾਇਰਸ ਮਾਰਕੀਟ ਦੇ ਵਿੱਚ ਪ੍ਰੈਜ਼ੈਂਟ ਹੋਣ ਕਰਕੇ ਇਹ ਜਿਹੜੇ ਘਰ ਨੇ, ਇਹ ਜਿਹੜੇ ਬਾਇਰਸ ਨੇ ਇਹ ਬਿਡ ਲਾਉਣ ਲੱਗ ਪਏ। ਇਹਨਾਂ ਦੀ ਜਿਹੜੀ ਬਿਡ ਹੈ ਉਹ ਹਾਈ ਜਾਂਦੀ ਰਹੀ। ਸੋ ਜਿਹਦੇ ਕਰਕੇ ਜਿਹੜੇ ਘਰਾਂ ਦੇ ਜਿਹੜੇ ਪ੍ਰਾਈਸਿਸ ਸੀ ਉਹ ਓਵਰ ਆਸਕਿੰਗ ਤੇ ਚਲੇ ਗਏ। ਐਗਜ਼ਾਮਪਲ ਇਹ ਬੰਦਾ ਬਿਡ ਲਾ ਰਿਹਾ ਰਾਈਟ 110 ਦੇ ਘਰ ਦੇ ਉੱਪਰ 120 ਦੀ, ਇਹ ਬੰਦਾ 130 ਦੀ ਲਾ ਰਿਹਾ, ਇਹ 140 ਦੀ ਲਾ ਰਿਹਾ ਰਾਈਟ। ਸੋ ਸਮਹਾਓ ਇਹ ਜਿਹੜਾ ਲਾਸਟ ਪਰਸਨ ਹੁੰਦਾ ਇਹ ਸਾਰਿਆਂ ਨੂੰ ਟੱਪ ਕੇ ਕ੍ਰਾਸ ਕਰਦਾ ਹੋਇਆ 150 ਦੀ ਬਿਡ ਲਾ ਕੇ ਇਹ ਘਰ ਬਾਏ ਕਰਕੇ ਚਲ ਜਾਂਦਾ। ਹੁਣ ਇਹਦਾ ਇਫੈਕਟ, ਇਹਦਾ ਬਾਏ ਕਰਨ ਦਾ ਇਫੈਕਟ ਇਹ ਘਰ ਤੇ ਵੀ ਪਿਆ। ਇਹਨੂੰ ਦੇਖਦੇ ਹੋਏ 2 ਘਰ ਹੋਰ ਵੀ ਮਾਰਕੀਟ ਦੇ ਵਿੱਚ ਉਤਰ ਰਹੇ ਨੇ, ਬਟ ਜੇ 2 ਘਰ ਮਾਰਕੀਟ ਦੇ ਵਿੱਚ ਉਤਰ ਰਹੇ ਨੇ ਉੱਥੇ ਬਾਇਰਸ ਵੀ ਐਡ ਔਨ ਹੋ ਰਹੇ, ਕਿਉਂਕਿ ਜੇ ਇਹ ਜਿਹੜੇ ਬਾਕੀ ਦੇ ਬਚੇ ਬਾਇਰਸ ਆ, ਇਹਨਾਂ ਚੋਂ ਤਾਂ ਸਿਰਫ ਇੱਕ ਨੇ ਘਰ ਬਾਏ ਕੀਤਾ, ਜਿਹੜੇ ਬਾਕੀ ਦੇ ਬਚੇ ਬਾਇਰ ਸੀ ਇਹਨਾਂ ਨੂੰ ਵੀ ਤੇ ਘਰ ਚਾਹੀਦਾ ਹੀ ਸੀ ਡੈਫੀਨੇਟਲੀ। ਸੋ ਇਹ ਦੂਸਰੇ ਘਰਾਂ ਵੱਲ ਮੂਵ ਹੋਏ ਤੇ ਉਹਨਾਂ ਨੂੰ ਵਹਿੰਦੇ ਪ੍ਰਾਈਸਿਸ ਨੂੰ ਵਹਿੰਦੇ ਜਿਹੜੇ ਆ ਹੋਰ ਮਾਰਕੀਟ ਦੇ ਵਿੱਚ ਘਰਾਂ ਦੀ ਜਿਹੜੀ ਹੈ ਉਹ ਐਂਟਰੀ ਹੋਈ। ਹੁਣ ਪ੍ਰੋਬਲਮ ਇਹ ਹੋਣ ਲੱਗ ਪਈ ਕਿ ਘਰ ਤੇ ਆਫਟਰ ਆਲ ਫਿਰ ਵੀ ਲਿਮਿਟਡ ਸੀ, ਬਾਇਰਸ ਜ਼ਿਆਦਾ ਸੀ, ਜਿਹਦੇ ਕਰਕੇ ਜਿਹੜੀ ਘਰਾਂ ਦੀ ਪ੍ਰੋਡਕਸ਼ਨ ਵੀ ਸੀ ਨਿਊ ਕੰਸਟਰਕਸ਼ਨ ਦੇ ਵਿੱਚ ਵੀ ਕੋਵਿਡ ਦੀ ਸਪਲਾਈ ਚੇਨ ਕਰਕੇ ਇੰਨੀ ਕੁ ਇੰਪੈਕਟ ਹੋਈ ਕਿ ਬਿਲਡਰਸ ਵੀ ਜਿਹੜੇ ਆ ਉਹ ਸਪਲਾਈ ਨੂੰ ਪ੍ਰੋਪਰ ਜਿਹੜਾ ਵਾ ਉਹ ਮੇਨਟੇਨ ਨਹੀਂ ਸੀ ਕਰ ਪਾਏ, ਜਿਹਦੇ ਕਰਕੇ ਜਿਹਦਾ ਰਿਜ਼ਲਟ ਕੀ ਹੋਇਆ, ਬਾਇਰ ਜਿਹੜੇ ਆ ਉਹ ਮਾਰਕੀਟ ਦੇ ਵਿੱਚ ਇਸ ਕਦਰ ਵੱਧਦੇ ਗਏ ਕਿ ਜਿਹੜੇ ਪਰਚੇਸ ਪ੍ਰਾਈਸਿਸ ਸੀ ਉਹ ਉਹਨਾਂ ਦੇ ਪਰ ਬਿਡਸ ਤੱਕ ਲੱਗਣ ਲੱਗ ਪਈਆਂ, ਪ੍ਰਾਈਸਿਸ 50% ਤੱਕ ਜਿਹੜੇ ਆ ਉਹ ਬੂਸਟ ਕਰ ਗਏ। ਸੋ ਉਹ ਉਸ ਸਿਨੈਰੀਓ ਦੇ ਦੌਰਾਨ ਘਰਾਂ ਦੀ ਜਿਹੜੀ ਅਵੇਲੇਬਿਲਿਟੀ ਸੀ ਉਹ ਥੋੜ੍ਹੀ ਰਹਿ ਗਈ। ਹੁਣ ਯਾਰ ਦੋਸਤੋ ਐਗਜ਼ਾਮਪਲ ਅਸੀਂ ਲਈਏ ਕਿ ਰੇਟ ਆਫ ਇੰਟਰਸਟ ਉਸ ਤੋਂ ਬਾਅਦ ਜਦੋਂ ਆਫਟਰ ਕੋਵਿਡ ਜਦੋਂ ਸਿਨੈਰੀਓ ਐਂਡ ਹੁੰਦੇ ਨਜ਼ਰ ਆਏ, ਰੇਟ ਆਫ ਇੰਟਰਸਟ ਜਿਹੜੇ ਆ ਉਹ ਅਪ ਹੁੰਦੇ ਗਏ। ਬਾਇਰ ਜਿਹੜਾ ਉਹ ਕਾਈਂਡ ਆਫ ਹੌਲੀ ਡਿਸਅਪੀਅਰ ਹੋਣਾ ਸ਼ੁਰੂ ਹੋ ਗਿਆ ਮਾਰਕੀਟ ਦੇ ਵਿੱਚੋਂ, ਔਰ ਜ਼ਿਆਦਾਤਰ ਜਿਹੜੀਆਂ ਨੇ ਉਹ ਕੈਂਸਲੇਸ਼ਨਸ ਵੀ ਹੋਣੀਆਂ ਸ਼ੁਰੂ ਹੋ ਗਈਆਂ। ਸੋ ਗੱਲ ਇਹ ਆ ਕਿ ਮਾਰਕੀਟ ਦੇ ਵਿੱਚ ਜਿਹੜੇ ਆ ਹੁਣ ਬਾਇਰਸ ਜਿਹੜੇ ਨੇ ਉਹ ਲਿਮਿਟਡ ਰਹਿ ਗਏ ਆ ਤੇ ਜਿਹੜੇ ਆ ਘਰ ਆ ਜਿਹੜੇ ਉਹਨਾਂ ਦੀ ਅਵੇਲੇਬਿਲਿਟੀ ਫਿਰ ਉਸੇ ਤਰ੍ਹਾਂ ਹੀ ਵੱਧਦੀ ਜਾ ਰਹੀ ਹੈ। ਬਟ ਇੱਕ ਸਵਾਲ ਇੱਥੇ ਇਹ ਹੈ ਕਿ ਜਿਹੜਾ ਮੇਨ ਫੇਅਰ ਜਿਹੜਾ ਰਿਸੈਸ਼ਨ ਦਾ ਸਾਡੇ ਮਨਾਂ ਦੇ ਵਿੱਚ ਆਉਂਦਾ ਹੈ ਕਿ ਕੀ ਪ੍ਰਾਈਸਿਸ ਜਿਹੜੇ ਅਪ ਟੂ 50% ਤੱਕ ਡ੍ਰੌਪ ਕਰ ਜਾਣਗੇ। ਦੋਸਤੋ ਇਹ ਇੱਕ ਕੰਸਰਨ ਆ। ਉਹਦਾ ਕਾਰਨ ਇਹ ਹੈਗਾ ਕਿ ਤੁਸੀਂ ਅਗਰ ਐਗਜ਼ਾਮਪਲ ਦੇਖੋ ਕਿ ਇਹ ਘਰ ਨੂੰ ਜਿਹੜਾ ਵਾ ਪਹਿਲਾਂ ਹੁਣ ਮੰਨ ਲਓ ਇਹਦੀ ਐਗਜ਼ਾਮਪਲ ਦੇ ਤੌਰ ਤੇ ਇਹਦੀ ਵੈਲਿਊ, ਹੁਣ ਇਹ ਮੈਡਮ ਜੀ ਨੇ ਘਰ ਲਿਆ $200 ਦਾ ਲੈ ਲਿਆ ਘਰ ਰਾਈਟ, ਇਹਦੀ ਵੈਲਿਊ ਕੋਵਿਡ ਤੋਂ ਪਹਿਲਾਂ $100 ਹੋਇਆ ਕਰਦੀ ਸੀ, ਠੀਕ ਹੈ ਜੀ। ਹੁਣ ਇਹਦੇ 'ਚ ਫਰਕ ਕੀ ਪਿਆ ਹੁਣ, ਕਿਉਂਕਿ ਜਦੋਂ ਇਹ ਘਰ ਬਣਨਾ ਸ਼ੁਰੂ ਹੋਇਆ ਅੱਜ ਦੀ ਡੇਟ ਦੇ ਵਿੱਚ ਜਦੋਂ ਇਹਦੀ ਪ੍ਰੋਡਕਸ਼ਨ ਜਿਹੜੀ ਹੈ ਉਹ ਵੀ ਐਕਸਪੈਂਸਿਵ ਹੋ ਗਈ। ਮੰਨਿਆ ਇਸ ਘਰ ਦਾ ਜਿਹੜਾ ਪ੍ਰਾਈਸ ਸੀ ਐਵਰੇਜ, ਜੇ ਅਸੀਂ ਉਹਦੀ ਪ੍ਰੋਡਕਸ਼ਨ ਕਾਸਟ, ਉਹਦੀ ਲੇਬਰ ਕਾਸਟ ਤੇ ਉਹਦੀਆਂ ਜਿਹੜੀਆਂ ਹੋਰ ਅਲਾਇਦਾ ਕਾਸਟ ਹੁੰਦੀਆਂ ਨੇ, ਅੱਜ ਦੀ ਡੇਟ ਦੇ ਵਿੱਚ ਇਨਫਲੇਸ਼ਨ ਹਾਈ ਹੋਣ ਕਰਕੇ ਇਹਨੂੰ ਬਣਨ ਦੀ ਜਿਹੜੀ ਕਾਸਟ ਵੀ ਆ ਉਹ 150 ਤੱਕ ਤੇ ਲਗਭਗ ਪਹੁੰਚ ਹੀ ਚੁੱਕੀ ਹੈ। ਸੋ ਬਟ ਇਹ ਮੈਡਮ ਜੀ ਨੇ ਜਦੋਂ ਪੀਕ ਚੱਲ ਰਹੀ ਸੀ ਬਿਡ ਲਾਈ, ਉਦੋਂ ਤੇ ਇਹਨਾਂ ਨੇ 200 ਦਾ ਇਹ ਘਰ ਲੈ ਲਿਆ ਰਾਈਟ। ਸੋ ਹੁਣ ਕੀ ਹੋਇਆ ਕਿ ਉਹ 200 ਦਾ ਜਿਹੜਾ ਘਰ ਹੈ, ਜਦੋਂ ਮਾਰਕੀਟ ਜਿਹੜੀ ਹੈ ਉਹ ਐਡਜਸਟ ਕਰ ਰਹੀ ਹੈ, ਮਾਰਕੀਟ ਦੇ ਵਿੱਚ ਕਰੈਕਸ਼ਨਸ ਹੋ ਰਹੀਆਂ ਨੇ, ਇਨਫਲੇਸ਼ਨ ਹਾਈ ਹੋ ਰਹੀ ਹੈ, ਇੰਟਰਸਟ ਰੇਟ ਹਾਈ ਹੋ ਰਿਹਾ, ਸਪਲਾਈ ਐਂਡ ਡਿਮਾਂਡ ਦਾ ਜਿਹੜਾ ਫਾਰਮੂਲਾ ਵਾ ਉਹ ਦੁਬਾਰਾ ਉਹੀ ਹੈ ਕਿ ਸਪਲਾਈ ਲਾਈਨ ਵੱਧਦੀ ਜਾ ਰਹੀ ਹੈ, ਡਿਮਾਂਡ ਥੋੜੀ ਘਟਦੀ ਜਾ ਰਹੀ ਹੈ। ਬਟ ਇਟ ਡਜ਼ ਨਾਟ ਮੀਨ ਕਿ ਜਿਹੜੀ ਇਹ 200 ਦੀ ਚੀਜ਼ ਹੈ ਇਹ ਵਾਪਸ ਬਿਫੋਰ ਕੋਵਿਡ, ਜੋ ਮੰਨ ਲਓ ਐਗਜ਼ਾਮਪਲ ਹੈ ਭਾਈ ਸਾਹਿਬ ਪਿੱਛੇ 80 ਦਾ ਘਰ ਲੈ ਰਹੇ ਸੀ ਜਿਹੜਾ 100 ਦਾ ਲੱਗਾ ਹੋਇਆ, ਸੋ ਇਟ ਡਜ਼ਨਟ ਮੀਨ ਕਿ ਜਿਹੜਾ ਇਹ ਘਰ ਆ ਇਹ 200 ਤੋਂ ਫਿਰ ਦੁਬਾਰਾ ਜਿਹੜਾ ਵਾ ਉਹ 100 ਤੇ ਜਾਂ 90 ਤੇ ਆਉਣ ਵਾਲਾ।
ਸੋ ਹਾਂ ਇਹਦੇ ਤੇ ਨੈਗੋਸੀਏਸ਼ਨ ਜ਼ਰੂਰ ਨਹੀਂ, ਇਹ 200 ਦਾ ਘਰ ਤੁਹਾਨੂੰ ਵਾਪਸ ਮੁੜ 150 ਦਾ ਜਿਹੜਾ ਵਾ ਉਹ ਜ਼ਰੂਰ ਮਿਲ ਸਕਦਾ ਵਾ। ਤੁਸੀਂ ਬਿਲਡਰਸ ਨਾਲ ਨੈਗੋਸੀਏਸ਼ਨਸ ਕਰਦੇ ਹੋ, ਤੁਸੀਂ ਜਿਹੜੇ ਸੈਲਰ ਆ ਤੁਸੀਂ ਉਹਨਾਂ ਨਾਲ ਨੈਗੋਸੀਏਸ਼ਨ ਕਰਦੇ ਹੋ, ਬਟ ਇਹ ਕਹਿਣਾ ਮਤਲਬ ਲੌਜੀਕਲ ਜਾਂ ਨਹੀਂ ਹੋਏਗਾ ਕਿ ਇਹ ਘਰ ਜਿਹੜਾ ਵਾ ਇੱਕਦਮ 200 ਦੇ ਪਹੁੰਚ ਕੇ ਇਹ ਵਾਪਸ 80 ਦੇ ਡਿੱਗ ਪਏ ਜਾਂ 70 ਦੇ ਡਿੱਗ ਪਏ ਜਾਂ 90 ਦੇ ਡਿੱਗ ਪਏ। ਦੈਟਸ ਨਾਟ ਪੋਸੀਬਲ ਜੋ ਕਰੰਟ ਸਿਨੈਰੀਓ ਦੇ ਹਿਸਾਬ ਨਾਲ ਲੱਗ ਰਿਹਾ, ਕਿਉਂਕਿ ਜਿਹੜੀ ਇਸ ਚੀਜ਼ ਦੀ ਪ੍ਰੋਡਕਸ਼ਨ ਕਾਸਟ ਆ ਉਹ ਇਨਫਲੇਸ਼ਨ ਦੇ ਨਾਲ ਜਿਹੜੀ ਆ ਉਹ ਪੈਰਲਲ ਚੱਲ ਰਹੀ ਆ, ਕਿਉਂਕਿ ਇਹਨੂੰ ਬਣਾਉਣ ਦੀ ਜਿਹੜੀ ਕਾਸਟ ਆ ਰਹੀ ਆ ਉਹ ਉਸ ਤੋਂ ਥੱਲੇ ਡਿੱਗਣਾ ਇਹਦਾ ਲਗਭਗ ਪੋਸੀਬਲ ਨਹੀਂ ਹੁੰਦਾ। ਸੋ ਦੈਟਸ ਵਾਈ ਜਿਹੜਾ ਵਾ ਜੇ ਮੈਂ ਇਹਨੂੰ ਐਗਜ਼ਾਮਪਲ ਦੇ ਤੌਰ ਤੇ ਇੱਕ ਹੋਰ ਕਹਾਂ ਕਿ ਜਿਹੜੀਆਂ ਬਿਡਸ ਲੱਗਦੀਆਂ ਨੇ ਜਦੋਂ ਓਵਰ ਆਸਕਿੰਗ ਪ੍ਰਾਈਸ ਦੇ ਉੱਪਰ, ਉਹ ਚੀਜ਼ ਦੀ ਜਦੋਂ ਐਕਸੈਸ ਡਿਮਾਂਡ ਦੇ ਵਿੱਚ ਜਦੋਂ ਚੀਜ਼ ਹੁੰਦੀ ਆ, ਉਹ ਜਦੋਂ ਉਹ ਬਿਡਸ ਬੈਕ ਟੂ ਨਾਰਮਲ ਹੋਣਗੀਆਂ ਹੈ ਨਾ, ਕਿ ਜਦੋਂ ਉਹ ਬਿਡਸ ਦਾ ਜਿਹੜਾ ਡਿਫਰੈਂਸ ਆ ਬੇਸਿਕਲੀ ਉਹ ਕਵਰ ਆ ਕਿ ਕੋਈ ਪ੍ਰਾਪਰਟੀ 500,000 ਦੀ ਪ੍ਰਾਪਰਟੀ 700,000 ਦੀ ਹੋ ਗਈ, 700,000 ਦੀ ਪ੍ਰਾਪਰਟੀ ਦੇ ਉੱਪਰ 1.5 ਲੱਖ ਦੀ ਬਿਡ ਲੱਗ ਕੇ 8.5 ਤੱਕ ਚਲੇਗੀ। देयर इज़ अ पॉसिबिलिटी कि ਜਿਹੜਾ ਉਹ 1.5 ਲੱਖ ਦਾ ਡਿਫਰੈਂਸ ਆ ਹੈ ਨਾ, ਉਹ ਬਿਡ ਦਾ ਜਿਹੜਾ ਉਹ ਵਾਪਸ ਆ ਜਾਏ, ਰਾਈਟ, ਤੇ ਤੁਸੀਂ ਫਿਰ ਵਾਪਸ ਉਹ ਪ੍ਰਾਪਰਟੀ ਜਿਹੜੀ ਆ ਬੈਕ ਟੂ ਨਾਰਮਲ, ਜਿਹੜਾ ਨਿਊ ਨਾਰਮਲ ਆ 700,000 ਦਾ ਉੱਤੇ ਆਏਗੀ, ਨਾਟ ਲਾਈਕ ਕਿ 500,000 ਜਿਹੜਾ ਬਿਫੋਰ ਕੋਵਿਡ ਹੋਇਆ ਕਰਦਾ ਸੀ। ਸੋ ਦੋਸਤੋ ਕੁੱਲ ਮਿਲਾ ਕੇ ਇਹ ਸਾਡੀ ਇੱਕ ਛੋਟੀ ਜਿਹੀ ਡੈਮੋ ਹੈ। ਤੁਹਾਡਾ ਬਹੁਤ ਬਹੁਤ ਥੈਂਕ ਯੂ ਵਾਚ ਕਰਨ ਵਾਸਤੇ। ਸੋ ਦੋਸਤੋ ਤੁਸੀਂ ਦੇਖਿਆ ਜਗਦੀਸ਼ ਸਿੰਘ ਜੀ ਉਹਨਾਂ ਨੇ ਤੁਹਾਨੂੰ ਘਰਾਂ ਬਾਰੇ ਬੜੀ ਵਧੀਆ ਜਾਣਕਾਰੀ ਦਿੱਤੀ ਹੈ। ਸੋ ਆਪਾਂ ਟਰਾਈ ਕਰਾਂਗੇ, ਕਿਉਂਕਿ ਜਿਹੜਾ ਘਰਾਂ ਦਾ ਮੁੱਦਾ ਆ ਬੜਾ ਵੱਡਾ ਆ, ਤੇ ਆਪਾਂ ਟਰਾਈ ਕਰਾਂਗੇ ਇੱਕ ਹੋਰ ਐਪੀਸੋਡ ਇਹ ਘਰਾਂ ਦੇ ਬਾਰੇ ਆਪਾਂ ਕਰ ਸਕੀਏ। ਬਿਲਕੁਲ ਗੁਰਜੀਤ ਸਿੰਘ ਜੀ। ਤੇ ਦੋਸਤੋ ਸਾਡੇ ਚੈਨਲ ਜ਼ੂਮ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅੱਜ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡੇ ਨਾਲ ਜੁੜੇ ਰਹੋ, ਤੇ ਅੱਜ ਦੇ ਐਪੀਸੋਡ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ, ਤੇ ਸਾਨੂੰ ਦਿਓ ਇਜਾਜ਼ਤ। ਥੈਂਕ ਯੂ।